देख रहे हो तुसी ते मैं हाँ रमन तूर। सच पंजाब दा ਇਹ ਐਪੀਸੋਡ ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਾਸਰ ਕੀ ਕਲਾਂ ਦੇ ਵਿੱਚ ਸ਼ੂਟ ਕਰ ਰਹੀ ਹਾਂ। ਉਸ ਤੋਂ ਪਹਿਲਾਂ ਇਸ ਪਿੰਡ ਦਾ ਇਤਿਹਾਸ ਦੱਸ ਦਿੰਨੀ ਆ ਕਿ ਇਸ ਪਿੰਡ ਦਾ ਕਿੰਨਾ ਮਾਨਮੱਤਾ ਇਤਿਹਾਸ ਔਰ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਦਾ ਕਿੰਨਾ ਇੰਪੋਰਟੈਂਟ ਕਿੰਨਾ ਮਹੱਤਵਪੂਰਨ ਭਾਗ ਜਿਹੜਾ ਇਸ ਪਿੰਡ ਦੇ ਨਾਲ ਜੁੜਿਆ ਹੋਇਆ ਪਰ ਇਸ ਪਿੰਡ ਦੀ ਇੱਕ ਤਰਾਸਦੀ ਵੀ ਆ। ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਖੜਾ ਕਰ ਦਿੱਤਾ ਕਿ ਅੱਜ ਇਹ ਮਾਨਮੱਤਾ ਪਿੰਡ ਕਿਸ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਰੁਲਦਾ ਹੋਇਆ ਦੇਖ ਰਿਹਾ। ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਚ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਗੁਰਦੁਆਰਾ ਸੰਨ ਸਾਹਿਬ ਦੇ ਵਿੱਚ ਖੜੀ ਹੋਈ ਹਾਂ ਔਰ ਸੱਤ ਪੰਜਾਬ ਦੇ ਐਪੀਸੋਡ ਦੀ ਸ਼ੁਰੂਆਤ ਇੱਥੋਂ ਕਰ ਰਹੀ ਹਾਂ। ਸੰਖੇਪ ਇਤਿਹਾਸ ਲਿਖਿਆ ਹੋਇਆ ਬੋਰਡ ਦੇ ਉੱਤੇ ਉਹ ਮੈਂ ਜ਼ਰੂਰ ਜਿਹੜਾ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਕਿ ਇਸ ਪਿੰਡ ਦੀ ਤਰਾਸਦੀ ਇਸ ਵੇਲੇ ਕੀ ਹੈ ਔਰ ਇਤਿਹਾਸ ਕਿੰਨਾ ਮਾਨਮੱਤਾ। ਇੱਕ ਨਜ਼ਰ ਇਤਿਹਾਸ ਦੇ ਉੱਤੇ ਮਾਰਦੇ ਹਾਂ, ਉਸ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਦੇ ਵੱਲ ਚੱਲਦੇ ਹਾਂ ਤੇ ਜਾਣਾਂਗੇ ਕਿ ਉਹ ਕੀ ਇਸ ਪਿੰਡ ਦੇ ਹਾਲਾਤ ਦੱਸਦੇ ਨੇ। ਸੰਖੇਪ ਇਤਿਹਾਸ ਜਿਹੜਾ ਉਕਰਿਆ ਹੋਇਆ ਗੁਰਦੁਆਰਾ ਸੰਤ ਸਾਹਿਬ ਬਾਸਰ ਕੇ ਗਿੱਲਾਂ ਦਾ ਕਿ ਨਗਰ ਬਾਸਰ ਕੇ ਸੰਮਤ 1511 ਬਿਕਰਮੀ ਨੂੰ ਹੋਂਦ ਦੇ ਵਿੱਚ ਆਇਆ ਔਰ ਇਹ ਨਗਰ ਸ਼੍ਰੀ ਰਾਮ ਨਾਰਾਇਣ ਭੱਲੇ ਨੇ ਵਸਾਇਆ ਸੀ ਔਰ ਸੰਮਤ 1536 ਬਿਕਰਮੀ ਵਿਸਾਖ ਸੁਦੀ ਚੌਥ ਨੂੰ ਸ਼੍ਰੀ ਤੇਜਭਾਨ ਭੱਲੇ ਖੱਤਰੀ ਦੇ ਘਰ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਨੇ ਨਗਰ ਬਾਸਰਕੇ ਦੇ ਵਿੱਚ ਅਵਤਾਰ ਧਾਰਿਆ ਸੀ। ਉਹਨਾਂ ਦਾ ਜਨਮ ਜਿਹੜਾ ਇੱਥੇ ਹੋਇਆ ਸੀ। ਇਹ ਨਗਰ ਭਾਈ ਗੁਰਦਾਸ ਜੀ, ਭਾਈ ਸਾਵਣ ਮੱਲ ਜੀ, ਭਾਈ ਜੱਸੂ ਜੀ, ਭਾਈ ਸੁੰਦਰ ਜੀ, ਭਾਈ ਬਗਿਆੜਾ ਜੀ, ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਅਤੇ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਤਾ ਦਾ ਰੁਤਬਾ ਹਾਸਲ ਕਰਨ ਵਾਲੀ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਦਾ ਜੱਦੀ ਨਗਰ ਹੈ। ਇੱਥੇ ਬੀਬੀ ਅਮਰੋ ਜੀ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਹੋਇਆ ਕਰਦਾ ਸੀ ਦੇ ਨਾਨਕੇ ਅਤੇ ਸਹੁਰੇ ਹਨ ਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਨੇ। ਸ਼੍ਰੀ ਗੁਰੂ ਅਮਰਦਾਸ ਜੀ ਖੇਤੀ ਤੇ ਵਪਾਰ ਦਾ ਕੰਮ ਕਰਦੇ ਸੀ ਔਰ 21 ਵਾਰ ਹਰਦੁਆਰ ਵਿਖੇ ਗੰਗਾ ਤੋਂ ਇਸ਼ਨਾਨ ਕਰਨ ਲਈ ਗਏ ਤੇ 21ਵੀਂ ਵਾਰ ਇਸ਼ਨਾਨ ਕਰਕੇ ਜਦੋਂ ਵਾਪਸ ਆਉਂਦੇ ਆ ਤੇ ਰਸਤੇ ਵਿੱਚ ਇੱਕ ਸਾਧੂ ਦੇ ਨਾਲ ਉਹਨਾਂ ਦਾ ਮੇਲ ਹੋਇਆ। ਜਦੋਂ ਉਹਨਾਂ ਨੇ ਸਾਧੂ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਜਿਹੜਾ ਧਾਰਨ ਨਹੀਂ ਕੀਤਾ। ਤੇ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ, ਚਲਾ ਗਿਆ ਔਰ ਬਾਅਦ ਦੇ ਵਿੱਚ ਇੱਕ ਦਿਨ ਸਵਾ ਪਹਿਰ ਰਾਤ ਵੇਲੇ ਬੀਬੀ ਅਮਰੋ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਦੇ ਨਾਲ ਵਿਆਹੇ ਹੋਏ ਸੀ, ਦੁੱਧ ਰਿੜਕਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੀ ਸੀ। ਗੁਰੂ ਜੀ ਨੇ ਪੁੱਛਿਆ ਕਿ ਪੁੱਤਰੀ ਇਹ ਬਾਣੀ ਕਿਸ ਦੀ ਆ, ਸਾਨੂੰ ਉਸਦੇ ਦਰਸ਼ਨ ਕਰਵਾਓ। ਤੇ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜੇ। ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਜਿਹੜੀ ਹੈ ਸੇਵਾ ਕੀਤੀ ਤੇ ਚੇਤ 1609 ਨੂੰ ਗੁਰਗੱਦੀ ਪ੍ਰਾਪਤ ਕੀਤੀ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਨੇ ਗੁਰਗੱਦੀ ਤੇ ਬੈਠਿਆਂ ਨੂੰ ਆਪ ਨੂੰ ਲੱਤ ਮਾਰੀ ਸੀ ਔਰ ਆਪ ਜੀ ਦੀ ਈਰਖਾ ਤੋਂ ਦੂਰ ਰਹਿਣ ਦੇ ਲਈ ਜੱਦੀ ਪਿੰਡ ਬਾਸਰ ਕੇ ਪੁੱਜੇ ਤੇ ਪਿੰਡ ਦੇ ਬਾਹਰ ਇੱਕ ਕੱਚੇ ਕੋਠੇ ਦੇ ਵਿੱਚ ਬੈਠ ਗਏ ਤੇ ਸਮਾਧੀ ਦੇ ਵਿੱਚ ਲੀਨ ਹੋ ਗਏ ਤੇ ਬਾਹਰ ਦਰਵਾਜ਼ੇ ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ ਹੋਊਗਾ। ਗੋਇੰਦਵਾਲ ਗੁਰੂ ਜੀ ਦੀ ਭਾਲ ਹੋਈ ਔਰ ਆਖਿਰ ਗੁਰੂ ਜੀ ਦੇ ਦਰਸ਼ਨਾਂ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ ਤੇ ਅੱਗੇ ਘੋੜੀ ਤੇ ਪਿੱਛੇ ਬਾਬਾ ਬੁੱਢਾ ਜੀ ਤੇ ਸੰਗਤਾਂ ਚੱਲ ਪਈਆਂ ਔਰ ਘੋੜੀ ਇਸ ਸਥਾਨ ਤੇ ਆ ਕੇ ਰੁਕ ਗਈ ਔਰ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਤੇ ਲਿਖਿਆ ਪੜ੍ਹ ਕੇ ਕੱਚੇ ਕੋਠੇ ਦੇ ਪਿਛਲੇ ਪਾਸੇ ਸੰਨ ਲਾ ਕੇ ਦਰਸ਼ਨ ਕੀਤੇ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਔਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਹੁਕਮ ਅਟਲ ਹੈ, ਅਸੀਂ ਦਰਵਾਜ਼ਾ ਨਹੀਂ ਖੋਲਿਆ ਔਰ ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਿਹੜਾ ਇਸ ਸੰਨ ਵਿੱਚੋਂ ਲੰਘੇਗਾ ਉਸ ਦੀ 84 ਕੱਟੀ ਜਾਊਗੀ। ਸੋ ਇਹਦਾ ਇਤਿਹਾਸ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਸੁਣ ਲਿਆ ਕਿ ਕਿੰਨਾ ਮਹਾਨ ਜਿਹੜਾ ਇਤਿਹਾਸ ਇਸ ਪਿੰਡ ਦਾ ਹੈ। ਪਰ ਇਸ ਪਿੰਡ ਦੀ ਅਸਲ ਤਰਾਸਦਗੀ ਇਸ ਵੇਲੇ ਹਕੀਕਤ ਕੀ ਹੈ ਉਹਦੇ ਜ਼ਰੂਰ ਤੁਹਾਨੂੰ ਰੂਬਰੂ ਕਰਵਾਵਾਂਗੇ। ਪਿੰਡ ਦੇ ਲੋਕ ਆਪਣੇ ਇਤਿਹਾਸ ਤੇ ਮਾਣ ਕਰਦੇ ਆ ਪਰ ਇਸ ਵੇਲੇ ਪਿੰਡ ਦੀ ਜੋ ਹਾਲਤ ਆ ਉਹਦੇ ਉੱਤੇ ਤਰਸ ਵੀ ਕਰਦੇ ਆ। ਪਿੰਡ ਦੇ ਲੋਕਾਂ ਤੋਂ ਜਾਣਦੇ ਆ ਕਿ ਪਿੰਡ ਦੇ ਹਾਲਾਤ ਕੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਨਗਰ ਬਾਸਰ ਕੇ ਗਿੱਲਾਂ ਵਿਖੇ ਚੈਨਲ ਵਾਲੇ ਆਏ ਨੇ, ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਨਗਰ ਵਿੱਚ ਆਪਣਾ ਜਿਹੜਾ ਪ੍ਰਕਾਸ਼ ਇੱਥੇ ਆਪਣਾ ਅਵਤਾਰ ਧਾਰਨ ਕੀਤਾ ਜੋ 1479 ਈਸਵੀ ਨੂੰ ਹੋਇਆ, 1536 ਬਿਕਰਮੀ ਨੂੰ ਹੋਇਆ। ਤੇ ਉਹਨਾਂ ਦੇ ਛੋਟੇ 4 ਭਰਾ ਸਨ। ਉਹਨਾਂ ਦੇ ਪਿਤਾ ਜੀ ਬਾਬਾ ਤੇਜਭਾਨ ਜੀ ਤੇ ਮਾਤਾ ਸੁਲੱਖਣੀ ਜੀ ਬਹੁਤ ਪਵਿੱਤਰ ਆਤਮਾ ਸੀ। ਉਹਨਾਂ ਦੇ ਛੋਟੇ ਭਾਈ ਬਾਬਾ ਈਸਰ ਦਾਸ ਜੀ ਉਹਨਾਂ ਦੇ ਸੁਪੁੱਤਰ ਭਾਈ ਗੁਰਦਾਸ ਜੀ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਹੋਏ ਨੇ। ਤੇ ਉਹਨਾਂ ਤੋਂ ਛੋਟੇ ਸਨ ਬਾਬਾ ਖੇਮ ਰਾਏ ਜੀ, ਉਹਨਾਂ ਦੇ ਸੁਪੁੱਤਰ ਬਾਬਾ ਸਾਵਣ ਮੱਲ ਜੀ ਤੇ ਉਹਨਾਂ ਤੋਂ ਛੋਟੇ ਸਨ ਬਾਬਾ ਮਾਣਕ ਚੰਦ ਜੀ, ਉਹਨਾਂ ਦੇ ਸੁਪੁੱਤਰ ਸਨ ਭਾਈ ਜੱਸੂ ਜੀ। ਉਹਨਾਂ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੁਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ।
ਮੇਰੇ ਕਹਿਣ ਤੋਂ ਭਾਵ ਕਿ ਇਹ ਜਿਹੜਾ ਨਗਰ ਹੈ ਨਾ ਬਾਸਰ ਕੀ ਗਿੱਲਾਂ ਬਹੁਤ ਹੀ ਪਵਿੱਤਰ ਹੈ ਤੇ 6 ਗੁਰੂਆਂ ਦੇ ਇੱਥੇ ਪਾਵਨ ਪਵਿੱਤਰ ਚਰਨ ਪਾਏ ਸਤਿਗੁਰਾਂ ਨੇ। ਗੁਰੂ ਨਾਨਕ ਦੇ ਪਾਤਸ਼ਾਹ ਨੇ ਬੀਬੀ ਅਮਰੋ ਦੇ ਵਿਆਹਣ ਬਾਰੇ ਇੱਥੇ ਇਸ਼ਾਰਾ ਦਿੱਤਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਆਪਣੀ ਪੁੱਤਰੀ ਨੂੰ ਮੰਗਣ ਵਾਸਤੇ ਵਿਆਹਣ ਵਾਸਤੇ ਵੀ ਚਰਨ ਪਾਏ। ਗੁਰੂ ਅਮਰਦਾਸ ਜੀ ਦਾ ਪਾਵਨ ਪਵਿੱਤਰ ਇਹ ਨਗਰ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਨਕੇ ਨੇ ਤੇ ਬੀਬੀ ਭਾਨੀ ਜੀ ਨਾਲ ਬਾਅਦ ਵਿੱਚ ਵਿਆਹ ਹੋਇਆ, ਉਹਨਾਂ ਦੇ ਸਹੁਰੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੀਬੀ ਭਾਨੀ ਜੀ ਦੇ ਛੋਟੇ ਸੁਪੁੱਤਰ ਨੇ, ਉਹਨਾਂ ਦੇ ਵੀ ਨਾਨਕੇ ਨੇ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ 2 ਵਾਰ ਇੱਥੇ ਆਏ। ਪਹਿਲੀ ਵਾਰ ਗੁਰਦੁਆਰਾ ਸੰਨ ਸਾਹਿਬ ਨੂੰ ਪ੍ਰਗਟ ਕਰਨ ਵਾਸਤੇ ਆਏ ਤੇ ਇੱਕ ਵਾਰ ਆਪਣੀ ਮਾਤਾ ਜੀ ਨਾਲ ਬਾਬਾ ਬੁੱਢਾ ਸਾਹਿਬ ਜੀ ਜਾਂਦਿਆਂ ਇੱਥੇ ਰੁਕੇ। ਇੱਥੇ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਸੰਤ ਮਹਾਂਪੁਰਸ਼ ਹੋਏ ਨੇ ਨਾ, ਸਾਰੇ ਇੱਥੇ ਆਏ। ਇੱਥੇ ਖਾਸ ਕਰਕੇ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਸੰਨ ਸਾਹਿਬ ਜੀ ਬਣਾਇਆ ਤੇ ਉਹਨਾਂ ਤੋਂ ਉੱਤਰ ਅਧਿਕਾਰੀ ਬਾਬਾ ਦਰਸ਼ਨ ਸਿੰਘ ਜੀ ਹੋਏ। ਉਹਨਾਂ ਨੇ ਗੁਰਦੁਆਰਾ ਜਨਮ ਸਥਾਨ ਬੀਬੀ ਅਮਰੋ ਜੀ ਦਾ ਪਵਿੱਤਰ ਸਥਾਨ ਬਣਾਇਆ ਤੇ ਮਹਾਂਪੁਰਸ਼ ਬਾਬਾ ਸ਼ਬੇਗ ਸਿੰਘ ਜੀ ਗੋਇੰਦਵਾਲ ਸਾਹਿਬ ਵਾਲੇ ਜੋ ਪਿਛਲੇ ਕੁਝ ਸਾਲਾਂ ਤੋਂ ਲੜੀਵਾਰ ਗੁਰਦੁਆਰਾ ਸੰਨ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਨੇ। ਬਹੁਤ ਹੀ ਪਵਿੱਤਰ ਨਗਰ ਹੈ। ਇੰਨਾ ਕੁਝ ਕਹਿੰਦਾ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਸਰ ਕੀ ਗਿੱਲਾਂ ਪਿੰਡ ਦੇ ਵਿੱਚ ਖੜੀ ਹੋਈ ਆ। ਇੱਥੋਂ ਦੇ ਮਾਣਮੱਤੇ ਇਤਿਹਾਸ ਦੇ ਤੁਸੀਂ ਦਰਸ਼ਨ ਕੀਤੇ ਆ। ਹੁਣ ਇਹਨਾਂ ਲੋਕਾਂ ਦੇ ਨਾਲ ਮੌਜੂਦ ਆ ਜਿਨ੍ਹਾਂ ਦੇ ਕੋਲੇ ਪਿੰਡ ਦਾ ਇਤਿਹਾਸ ਬੇਹੱਦ ਮਾਣਮੱਤਾ ਹੈ, ਪਰ ਇਸ ਪਿੰਡ ਦੇ ਹਾਲਾਤ, ਇਸ ਪਿੰਡ ਦੀ ਤਰਾਸਦੀ ਕੀ ਆ, ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੇ ਪੱਲੇ ਕੀ ਪਾਇਆ, ਇਹ ਸਭ ਕਾਸੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ, ਬਹੁਤ ਸਾਰੇ ਬਜ਼ੁਰਗ ਤੇ ਬਹੁਤ ਸਾਰੇ ਨੌਜਵਾਨ। ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਦੇ ਪਿੰਡਾਂ ਦੀਆਂ ਪ੍ਰੋਬਲਮ ਕੀ ਨੇ ਔਰ ਜਿਹੜੇ ਲੋਕ ਇਹਨਾਂ ਦੇ ਕੋਲੇ ਵੋਟਾਂ ਮੰਗਣ ਆਉਂਦੇ ਰਹੇ ਆ ਔਰ ਇਹਨਾਂ ਦੇ ਪਿੰਡ ਦਾ ਸੁਧਾਰ ਕਰਨਗੇ, ਨਸ਼ੇ ਬੰਦ ਕਰਨਗੇ, ਔਰਤਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣਗੇ, ਉਹ ਸਾਰੇ ਕਾਸੇ ਦੇ ਉੱਤੇ ਦਿੱਤਾ ਕੀ। ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਚ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਪੂ ਜੀ, ਤੁਹਾਡਾ ਨਾਮ ਕੀ ਆ? ਮਾਨ ਸਿੰਘ। ਬਾਪੂ ਜੀ, ਤੁਹਾਡੇ ਪਿੰਡ ਦਾ ਇਤਿਹਾਸ ਦੇ ਦਰਸ਼ਨ ਕਰਵਾਏ ਅਸੀਂ ਸੰਗਤ ਨੂੰ ਔਰ ਬਹੁਤ ਮਾਣਮੱਤਾ ਇਤਿਹਾਸ ਆ, ਬੜਾ ਮਾਣ ਹੈ। ਪਰ ਇੱਥੇ ਜਿਹੜੀ ਵੀ ਗਲੀ ਚੋਂ ਗੁਜ਼ਰਦੇ ਆ, ਨਸ਼ੇ ਜਿਹੜੇ ਕੀਤੇ ਹੋਏ ਆ ਨੌਜਵਾਨਾਂ ਨੇ ਔਰ ਮਾਵਾਂ ਪਰੇਸ਼ਾਨ ਆ, ਬਜ਼ੁਰਗ ਜਿਹੜੇ ਪਰੇਸ਼ਾਨ ਆ ਆਪਣੇ ਬੱਚਿਆਂ ਤੋਂ। ਕੀ ਕਹਿਣਾ ਚਾਹੋਗੇ? ਸਰਕਾਰਾਂ ਬਹੁਤ ਬਦਲਦੀਆਂ, ਬੜੀਆਂ ਸਰਕਾਰਾਂ ਤੁਸੀਂ ਵੋਟਾਂ ਪਾਈਆਂ ਹੋਣਗੀਆਂ। ਬਦਲਦੀਆਂ ਆਈਆਂ ਤੇ ਬਥੇਰੀਆਂ ਕਰਦੀਆਂ ਆਈਆਂ ਵਾ। ਬਾਕੀ ਹੁਣ ਅਸੀਂ ਤੇ ਆਨੇ ਆ ਵੀ ਇਹ ਨਸ਼ਾ ਜਿਹੜਾ ਵਾ ਮੁੱਕ ਜਾਣਾ ਚਾਹੀਦਾ। ਤੁਹਾਡੇ ਤੋਂ ਜੇ ਮੰਗਿਆ ਜਾਵੇ ਇਸ ਵੇਲੇ, ਜਿਹਨੂੰ ਵੀ ਕਹੀਏ, ਕੇਜਰੀਵਾਲ ਸਾਹਿਬ ਕਹਿੰਦੇ ਮੈਂ ਔਰਤਾਂ ਨੂੰ 1000 ਰੁਪਇਆ ਦੇ ਦੂੰਗਾ, ਨਵਜੋਤ ਸਿੰਘ ਸਿੱਧੂ ਉਸ ਤੋਂ ਵੀ ਵੱਡੇ ਐਲਾਨ ਕਰ ਰਹੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਏਰੀਆ ਦੀ, ਜੇ ਤੁਹਾਡੇ ਪਿੰਡ ਦੀ ਕਹੀ ਜਾਵੇ ਤਾਂ ਮੇਨ ਡਿਮਾਂਡ ਕੀ ਹੈ ਤੁਹਾਡੇ ਪਿੰਡ ਦੀ? ਅਸੀਂ ਤਾਂ ਤੁਹਾਨੂੰ ਦੱਸਿਆ ਵੀ ਇਹੋ 2 ਪ੍ਰੋਗਰਾਮ ਜ਼ਰੂਰ ਚਾਹੀਦੇ। ਇੱਕ ਨਸ਼ਾ ਮੁੱਕ ਜਾਣਾ ਚਾਹੀਦਾ ਤੇ ਇੱਕ ਪਾਣੀ ਦਾ ਵਿਕਾਸ ਜ਼ਰੂਰ ਹੋਣਾ ਚਾਹੀਦਾ। ਅੱਛਾ, ਤੁਹਾਡੇ ਜਿਹੜੇ ਵੀ ਹੁਣ ਕੋਈ ਐਮਐਲਏ ਹੈਗੇ ਆ ਪਿਛਲੇ 5 ਸਾਲ, ਉਸ ਤੋਂ ਲਗਾਤਾਰ ਸਰਕਾਰਾਂ ਬਣਦੀਆਂ ਆ ਰਹੀਆਂ, ਉਹਨਾਂ ਨੇ ਕੋਈ ਵਿਕਾਸ ਦੇ ਨਾਂ ਤੇ ਕੋਈ ਕੰਮ ਨਹੀਂ ਕੀਤਾ ਇੱਥੇ? ਨਹੀਂ, ਵਿਕਾਸ ਦਾ ਉਹਨਾਂ ਕੋਈ ਨਹੀਂ ਕੀਤਾ, ਤੁਹਾਡੇ ਅਜੇ ਤੱਕ ਨਹੀਂ ਕੋਈ ਕੀਤਾ। ਸਕੂਲ, ਹਸਪੀਟਲ, ਪਾਣੀ, ਗਲੀਆਂ ਨਾਲੀਆਂ ਉਹੀ ਆਉਂਦਾ ਜੀ। ਪੁਰਾਣੇ ਸਕੂਲ ਆ ਜਿਹੜੇ ਦੋਵੇਂ ਬਣੇ ਆ ਜੀ, ਕੋਈ ਨਵਾਂ ਨਹੀਂ ਬਣਿਆ। ਕੋਈ ਉਹਨਾਂ ਦੇ ਉੱਤੇ ਕੋਈ ਸਹੂਲਤ ਨਹੀਂ ਮਿਲੀ ਇਹੋ ਜੀ ਵੀ ਜਿਹੜੇ ਗਾਂ ਵੀ ਬੱਚੇ ਵੱਧ ਪੜ੍ਹ ਸਕਣ। ਕੋਈ 19 ਰਹੇ ਆ, 12 ਜਮਾਤਾਂ ਪੜ੍ਹ ਸਕਦੇ, ਉਸ ਤੋਂ ਵੱਧ ਨਹੀਂ ਇੱਥੇ ਹੈਗਾ। ਅੱਛਾ, ਹਾਂ, 12ਵੀਂ ਪਾਸ ਕਰ ਜਾਂਦੇ ਆ। ਬਾਪੂ ਜੀ, ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ, ਨਸ਼ਿਆਂ ਦੇ ਬਾਬਤ ਇੱਥੇ ਮੈਂ ਦੇਖਿਆ ਕਿ ਜਿੰਨੇ ਮਾਣਮੱਤਾ ਇਤਿਹਾਸ ਮਾਝੇ ਨੇ ਸਾਂਭਿਆ ਹੋਇਆ, ਉਹ ਵੱਡੀ ਮਾਰ ਇੱਕ ਨਸ਼ਿਆਂ ਦੀ ਵੀ ਇੱਥੇ ਪਈ ਹੋਈ ਆ। ਕੀ ਕਾਰਨ ਕੀ ਲੱਗਦਾ? ਸਰਕਾਰਾਂ ਕਿਉਂ ਧਿਆਨ ਨਹੀਂ ਦਿੰਦੀਆਂ? ਕੀ ਪਤਾ ਹੁਣ ਕਿਉਂ ਨਹੀਂ ਧਿਆਨ ਦਿੰਦੀਆਂ। ਨਸ਼ਾ ਬਹੁਤ ਆ, ਨਸ਼ਾ ਬਹੁਤ ਨਸ਼ਾ। ਨਿੱਕੇ ਨਿੱਕੇ ਮੁੰਡੇ ਮਾਈ ਗਰਕ ਹੋ ਗਏ ਇਸ ਨਸ਼ੇ 'ਚ। ਕੋਈ ਨਹੀਂ ਕਰਦਾ ਆਸਰਾ। ਬਾਪੂ ਜੀ, ਜਦੋਂ ਲੀਡਰ ਆਉਂਦੇ ਆ ਤੁਹਾਡੇ ਕੋਲੇ ਵੋਟਾਂ ਮੰਗਣ ਆਉਂਦੇ ਆ, ਖਾਸ ਤੌਰ ਤੇ ਕੈਪਟਨ ਸਾਹਿਬ ਨੇ ਤਾਂ ਸਹੁੰ ਵੀ ਖਾ ਲਈ ਸੀ ਗੁਟਕਾ ਸਾਹਿਬ ਦੇ ਉੱਤੇ ਹੱਥ ਚੱਕ ਕੇ। ਉਹ ਜੀ ਵੇਖੋ, ਸਾਰੇ ਮੰਗਦੇ ਉਦੋਂ ਦੇ ਆਖ ਦਿੰਦੇ ਅਸੀਂ ਬੰਦ ਕਰ ਦਿਆਂਗੇ, ਹੋਇਆ ਨਹੀਂ ਆ। ਇਹਦੇ ਨਿੱਕੇ ਨਿੱਕੇ 10 15 ਸਾਲ ਦੇ ਜਿਹੜੇ ਬੇਕਾਰ ਹੋ ਗਏ ਮੁੰਡੇ, ਗਾਂ ਪਨੀਰੀ ਕਰੂ ਕੀ? ਬਾਪੂ ਜੀ, ਮੈਂ ਜੇ ਇੱਕ ਸਵਾਲ ਪੁੱਛਾਂ ਕਿ ਮੰਨ ਲਓ ਹੁਣ ਚੋਣ ਜਾਬਤਾ ਲੱਗ ਗਿਆ ਹੋਇਆ, ਪਰ 5 ਬੰਦੇ ਅਲਾਓ ਕੀਤੇ ਆ, ਸਾਰੀਆਂ ਪਾਰਟੀਆਂ ਦੇ ਬੰਦੇ ਆ ਕੇ ਘਰਾਂ ਦੇ ਵਿੱਚ ਆ ਕੇ ਵੋਟਾਂ ਮੰਗ ਸਕਦੇ ਆ। ਜਦੋਂ ਤੁਹਾਡੇ ਪਿੰਡ ਦੇ ਵਿੱਚ, ਇਸ ਇਤਿਹਾਸਕ ਮਾਣਮੱਤੇ ਪਿੰਡ ਦੇ ਵਿੱਚ ਲੋਕ ਲੀਡਰ ਆਉਣਗੇ ਤੁਹਾਡੇ ਬੂਹਿਆਂ ਤੇ ਆ ਕੇ ਤੁਹਾਡੇ ਕੋਲੋਂ ਵੋਟਾਂ ਮੰਗਣਗੇ, ਤੁਹਾਡੇ ਸਵਾਲ ਕੀ ਹੋਣਗੇ? ਸਵਾਲ ਇਹ ਕੰਮਾਂ ਦੇ ਹੀ ਆ ਗਏ। ਕੀ ਪੁੱਛੋਗੇ? ਇੱਕ ਨਸ਼ਾ ਵੀ ਸਾਰਾ ਪੁੱਛਾਂਗੇ ਵੀ ਨਸ਼ਾ ਬੰਦ ਕਰੋ, ਹੋਰ ਖਾਸ ਕਰੋ, ਜਿਹੜਾ ਪਾਣੀ ਪੂਣੀ ਦਾ ਵਾ ਸਾਰਾ ਉਹ ਕਰੋ। ਤੁਹਾਡੇ ਇੱਥੇ ਮੁੰਡਿਆਂ ਤੇ ਕੁੜੀਆਂ ਦੀ ਪੜ੍ਹਾਈ ਦਾ ਕਿਵੇਂ ਦਾ? ਪੜ੍ਹਾਈ ਤੇ ਕਿਵੇਂ ਹੀ ਆ, ਪੜ੍ਹਾਈ ਹਿਸਾਬ ਦੀ ਆ, ਪੜ੍ਹਾਈ ਏਡੀ ਕੋਈ ਨਹੀਂ ਕਰਦੇ। ਹੁਣ ਤੇ ਉਤਰਾ ਹੀ ਬੰਦ ਕੀਤੇ ਆ ਸਕੂਲ ਉਹਨਾਂ,
ਬੱਚੇ ਗੁੱਡੀਆਂ ਦੇ ਹੋਏ ਹੁਣ, ਸਕੂਲ ਲੱਗਦੇ ਨਹੀਂ। ਇੱਥੇ ਨੌਜਵਾਨ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਵੀਰੇ ਕੀ ਲੱਗਦਾ ਹੈ ਇੱਥੇ ਜ਼ਿਆਦਾਤਰ ਜਿਹੜੇ ਆ ਬਜ਼ੁਰਗ ਦੱਸਦੇ ਆ, ਮਾਵਾਂ, ਮੈਂ ਪਿਛਲੇ ਪਿੰਡ ਦੇ ਵਿੱਚ ਗਈ ਸੀ, ਮਾਵਾਂ ਰੋ ਕੇ ਦੱਸ ਰਹੀਆਂ ਵੀ ਸਾਡੇ ਪੁੱਤ ਨਸ਼ੇ ਕਰਦੇ ਆ, ਕਦੀ ਸੜਕ ਦੇ ਕਿਨਾਰੇ ਪਿਆ ਹੁੰਦਾ ਕੋਈ ਕੁਝ। ਕਿਉਂ ਇਹ ਹਾਲਾਤ ਕਿਉਂ ਬਣੇ ਹੋਏ ਇਦਾਂ ਦੇ? ਬਿਲਕੁਲ ਵੇਖੋ ਜੀ, ਜਿਹੜਾ ਸਾਡੇ ਪਿੰਡ ਦਾ ਇਤਿਹਾਸ ਆ ਤੁਹਾਨੂੰ ਪਹਿਲਾਂ ਵੀ ਪਤਾ, ਤੁਸੀਂ ਦੱਸ ਚੁੱਕੇ ਜੋ ਦਰਸ਼ਕਾਂ ਨੂੰ ਵੀ ਬਹੁਤ ਮਾਨਮਤਾ ਇਤਿਹਾਸ ਆ। ਬਟ ਜਿਹੜਾ ਇੱਥੋਂ ਦੀ ਤਰਾਸਦੀ ਇਹ ਆ ਕਿ ਅੱਜ ਜਿਹੜੀ ਸਾਡੀ ਨੌਜਵਾਨੀ ਆ, ਉਹ ਜਿਹੜਾ ਆਪਾਂ ਪਹਿਲਾਂ ਕਹਿੰਦੇ ਆ ਕਿ ਪੰਜਾਬ ਨੂੰ ਭੰਡਿਆ ਜਾਣ ਡਿਆ 70% ਹੈ। ਜੇ ਤੁਸੀਂ ਇੱਥੇ ਵੇਖੋਗੇ ਐਵਰੇਜ ਕੱਢ ਕੇ ਤਾਂ 70% ਸਹੀ ਬੰਦਾ ਨਸ਼ੇ ਕਰਦੇ ਆ ਨੌਜਵਾਨ, ਠੀਕ ਆ। ਉਹ ਭਾਵੇਂ ਛੋਟਾ ਕੋਈ ਨਸ਼ਾ ਹੋਵੇ, ਜਿਹਨੂੰ ਆਪਾਂ ਤਮਾਕੂ ਕਹਿ ਦਿੰਦੇ, ਚੈਨੀ ਖੈਨੀ ਕਹਿ ਦਿੰਦੇ, ਸ਼ਰਾਬ ਤੋਂ ਲੈ ਕੇ ਸਮੈਕ ਤੱਕ, ਤਾਂ ਵਿਕਦਾ ਵੀ ਆ ਸ਼ਰੇਆਮ, ਠੀਕ ਆ। ਪਹਿਲਾਂ ਇੱਕ ਪ੍ਰਚਾਰ ਕੀਤਾ ਗਿਆ 5 ਸਾਲ ਪਹਿਲਾਂ ਕਿ ਨਸ਼ਾ ਮਜੀਠੀਆ ਵੇਚਦਾ ਵਾ। ਚਲੋ ਮਜੀਠੀਏ ਦੀ ਸਰਕਾਰ ਚਲੇਗੀ, ਅੱਜ 5 ਸਾਲ ਬਾਅਦ ਕੀ ਨਸ਼ਾ ਉਦਾਂ ਵੀ ਗੰਡਿਆ ਵਾ, ਉਦੋਂ ਵੱਡੇ ਲੈਵਲ ਤੇ ਵੀ ਗੰਡਿਆ ਵਾ। ਤੇ ਪਿੰਡਾਂ ਦੇ ਵਿੱਚ ਉਹੀ ਲੋਕ ਵੇਚਣ ਡਏ ਆ ਵੀ ਜਿਨ੍ਹਾਂ ਦੇ ਕਿਤੇ ਨਾ ਕਿਤੇ ਹੱਥ ਇਹਨਾਂ ਪਾਰਟੀਆਂ ਦੇ ਨਾਲ ਜਾਂ ਲੀਡਰਾਂ ਦੇ ਨਾਲ ਜੁੜੇ ਹੁੰਦੇ ਆ, ਠੀਕ ਆ। ਕਿਉਂਕਿ ਉਹ ਇਹਨਾਂ ਦੀ ਸਹਿਮਤੀ ਤੋਂ ਬਗੈਰ ਜਾਂ ਪੁਲਿਸ ਦੀ ਜਿਹੜੀ ਰਲੇਵੇਂ ਤੋਂ ਬਗੈਰ ਤਾਂ ਨਸ਼ਾ ਵੇਚ ਨਹੀਂ ਨਾ ਸਕਦਾ। ਤੇ ਜਿਹੜਾ ਮਾਝੇ ਦੀ ਧਰਤੀ ਹੈ, ਤੁਹਾਨੂੰ ਪਤਾ ਇਹਦਾ ਇਤਿਹਾਸ ਬਹੁਤ ਇੱਕ ਵਡਮੁੱਲਾ ਇਤਿਹਾਸ ਆ। ਇਹਨੇ ਜਦੋਂ ਵੀ ਮਾਝਾ ਉੱਠਦਾ ਵਾ, ਇਹ ਇਤਿਹਾਸ ਬਦਲ ਦਿੰਦਾ ਹਿੰਦੁਸਤਾਨ ਦਾ। ਤੇ ਇਹ ਕਿਤੇ ਨਾ ਕਿਤੇ ਕੁਝ ਏਜੰਸੀਆਂ ਦੀਆਂ ਜਾਂ ਜਿਹੜੇ ਚਾਲਾਂ ਵਾ, ਇਹਨੂੰ ਮਾਝੇ ਦੀ ਨੌਜਵਾਨੀ ਨੂੰ ਖਤਮ ਕਰਨ ਲਈ। ਅੱਜ ਸਾਡੀ ਜਿਹੜੀ ਮੇਨ ਪ੍ਰੋਬਲਮ ਇਹ ਆ ਕਿ ਜਿਹੜੇ ਸਾਡੇ ਵਧੀਆ ਨੌਜਵਾਨ ਆ, ਉਹ ਤੇ ਜਾਂ ਤਾਂ ਪ੍ਰਵਾਸ ਦਾ ਉਹਨਾਂ ਤੋਂ ਰਾਹ ਫੜਿਆ ਗਿਆ ਕਿ ਉਹ +2 ਕਰਦੇ ਆ, ਪੜ੍ਹਦੇ ਆ, ਜਿਨ੍ਹਾਂ ਤੋਂ ਕੋਈ ਫਾਈਨੈਂਸ਼ੀਅਲੀ ਸਿਕਿਉਰ ਹੈਗੇ ਆ, ਉਹ ਬਾਹਰ ਚਲੇ ਗਿਆ, ਉਹ ਇੱਥੇ ਰਹਿਣਾ ਹੀ ਨਹੀਂ ਪਸੰਦ ਕਰਦੇ। ਅੱਜ ਤੁਹਾਨੂੰ ਮੈਂ ਘਰ ਵਿਖਾਊਂਗਾ, ਹਰ ਤੀਜੇ ਘਰ ਨੂੰ ਤਾਲਾ ਵੱਜ ਗਿਆ, ਜਾਂ ਉਹਨਾਂ ਦੇ ਬੱਚੇ ਕੈਨੇਡਾ ਚਲੇ ਗਏ ਆ ਤੇ ਪਿੱਛੇ ਮਾਪਿਓ ਦੀ ਤਿਆਰੀ ਆ, ਠੀਕ ਆ। ਤੇ ਜਿਹੜੇ ਦੂਸਰੇ ਆ, ਉਹ ਨਸ਼ੇ ਦੀ ਦਲਦਲ ਦੇ ਵਿੱਚ ਆ। ਇੱਥੇ ਤੁਸੀਂ ਆਲੇ ਦੁਆਲੇ ਕੈਮਰਾ ਘਮਾਓ ਤਾਂ ਤੁਹਾਨੂੰ ਮੂੰਹ ਦੇ ਉੱਤੋਂ ਹੀ ਪਤਾ ਲੱਗ ਜਾਊਗਾ ਵੀ ਇਹ ਸਾਰੇ ਐਡਿਕਟਿਡ ਆ, ਭਾਵੇਂ ਉਹ ਕਿਸੇ ਵੀ ਨਸ਼ੇ ਦੇ ਹੋਣ। ਤੇ ਇੱਥੋਂ ਦੀ ਬਦਕਿਸਮਤੀ ਸਾਡੀ ਇਹ ਆ ਕਿ ਸਾਡੀਆਂ ਜਿਹੜੇ ਮੋਤਬਾਰ ਲੋਕ ਆ, ਉਹ ਇਹਨਾਂ ਖਿਲਾਫ ਬੋਲਣਾ ਨਹੀਂ ਚਾਹੁੰਦੇ, ਜਾਂ ਉਹਨਾਂ ਦੇ ਅੰਦਰ ਡਰ ਹੀ ਇੰਨਾ ਘਬਾ ਦਿੱਤਾ ਗਿਆ ਵਾ ਵੀ ਇੱਕ ਮੂੰਹ ਲਿਆ ਜਿਹਨੂੰ ਵੀ ਮੈਂ ਨਹੀਂ ਕਹਿਣਾ ਕਿ ਫਲਾਣਾ ਵੇਚਦਾ, ਜਾਂ ਵੀ ਉਹਦੇ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ, ਠੀਕ ਆ। ਪਰ ਇਹਨਾਂ ਨੂੰ ਇਹ ਗੱਲ ਨਹੀਂ ਪਤਾ ਕਮਲਿਆਂ ਨੂੰ ਕਿ ਜਿਹੜੀ ਇਹ ਅੱਗ ਆ ਨਾ, ਇਹ ਅੱਗ ਤੁਹਾਡੇ ਘਰ ਆਉਣੀ ਹੋਣੀ ਆ। ਇਹ ਲਾਜ਼ਮੀ ਤੈਅ ਆ, ਤੁਸੀਂ ਅੱਜ ਬਚੇ ਜੋ ਨਾ, ਇਹਨੇ ਕੱਲ ਤੁਹਾਡੇ ਘਰ ਨੂੰ ਸੇਕ ਲਾਉਣਾ ਹੈ। ਅੱਜ ਤੁਹਾਡੇ ਬੱਚੇ ਨਹੀਂ ਪੀਂਦੇ, ਤੁਸੀਂ ਕਹਿ ਸਕਦੇ ਹੋ ਠੀਕ ਆ ਗਵਾਂਢੀ ਦਾ ਬੱਚਾ ਪੀਣ ਡਿਆ ਜਾਂ ਗਵਾਂਢੀ ਪੀਣ ਡਿਆ ਵਾ, ਉਹ ਮਰ ਗਿਆ ਵਾ, ਕੋਈ ਚੱਕਰ ਨਹੀਂ। ਸਾਡੇ ਪਿੰਡ ਅੱਜ ਮੌਤ ਹੋਈ ਹੈ ਇੱਕ ਨਸ਼ੇ ਦੇ ਨਾਲ, ਠੀਕ ਆ। ਇੱਥੇ ਅਲਕੋਹਲ ਦੀ ਬਹੁਤ ਜਿਹੜੀ ਮੇਨ, ਇੱਕ ਤਾਂ ਚਿੱਟਾ ਦਾ ਕਿਹਾ ਜਾਂਦਾ ਨਾ ਵੀ ਚਿੱਟਾ ਵਾ, ਚਿੱਟਾ ਤਾਂ ਹੈ ਹੀ ਹੈ ਆ, ਪਰ ਮੇਨ ਜਿਹੜੀ ਅਲਕੋਹਲ ਆ, ਹਰੇਕ ਪਿੰਡ ਦੇ ਵਿੱਚ ਜਿਹੜੀ ਹੁਣ ਸ਼ਰਾਬ ਨਹੀਂ ਵਿਕਦੀ, ਜਿਹਨੂੰ ਆਪਾਂ ਸ਼ਰਾਬ ਕੋਈ ਪਿੰਡ ਦੇ ਵਿੱਚ ਆਪ ਸ਼ਰਾਬ ਕੱਢ ਕੇ ਲੋਕ ਪੀ ਲੈਂਦੇ ਸੀ, ਉਹ ਸ਼ਰਾਬ ਖਤਮ ਹੋ ਗਈ ਆ। ਹੁਣ ਇੱਕ ਕੈਮੀਕਲ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ, ਜਿਹੜੀ ਪਿੰਡਾਂ ਦੇ ਵਿੱਚ ਵੇਚੀ ਜਾਂਦੀ ਆ। ਉਹ ਇਹੋ ਜਿਹੀ ਚੀਜ਼ ਆ ਕਿ ਉਹ ਜਿਹੜਾ ਬੰਦਾ 2-4 ਸਾਲ ਪੀ ਲੈਂਦਾ, ਉਹਨੂੰ ਛੱਡ ਨਹੀਂ ਸਕਦਾ, ਉਹਦਾ ਐਡਿਕਟ ਹੋ ਜਾਂਦਾ ਬਿਲਕੁਲ ਹੈ। ਉਹਨੂੰ ਹੋਰ ਕੋਈ ਸ਼ਰਾਬ ਨਸ਼ਾ ਵੀ ਨਹੀਂ ਕਰਦੀ, ਤਾਂ ਉਹਦਾ ਬਿਲਕੁਲ ਗੁਰਦੇ ਖਤਮ ਹੋ ਜਾਂਦੇ ਆ। ਕਿਉਂਕਿ ਆਪਣੇ ਪਾਣੀਆਂ ਨੂੰ ਵੀ ਕਿੱਦਾਂ ਗੰਦਲਾ ਕੀਤਾ ਜਾਣ ਡਿਆ ਵੀ ਬਿਮਾਰੀਆਂ ਵੱਲ। ਇਹ ਜਿਹੜੀ ਸੈਂਟਰ ਦੀਆਂ ਕੁਝ ਪਾਲਿਸੀ ਨਹੀਂ ਹੈਗੀਆਂ, ਨਾ ਸਰਕਾਰਾਂ ਤੋਂ ਕੋਈ ਏਡੀ ਵਧੀਆ ਪਾਲਿਸੀ ਹੈਗੀ ਆ ਵੀ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਹੁਣ ਇਸ ਟਾਈਮ ਜਿਹੜਾ ਇਹਦਾ ਭਵਿੱਖ ਆ, ਤੁਸੀਂ ਇੱਥੇ ਕੈਮਰੇ ਦੇ ਨਾਲ ਵੇਖੋਗੇ ਆਲੇ ਦੁਆਲੇ, ਨੌਜਵਾਨੀ ਵਿਖਾ ਦੋਗੇ ਵੀ ਭਵਿੱਖ ਪੰਜਾਬ ਦਾ ਬਹੁਤਾ ਕੋਈ ਸੋਹਣਾ ਨਹੀਂ ਹੈਗਾ। ਤੇ ਜਿਹੜੇ ਥੋੜੇ ਬਾਅਦ ਨੌਜਵਾਨ ਕੋਈ ਇਸ ਆਵਾਜ਼ ਚੁੱਕਦੇ ਆ, ਜਿਨ੍ਹਾਂ ਨੂੰ ਕੋਈ ਦਰਦ ਹੈਗਾ ਵਾ, ਜਿਹੜੇ ਵੀ ਆ ਧੁੰਦਲੇ ਬੱਦਲਾਂ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਰਾਜ ਲੱਭਣ ਤੁਰੇ ਆ, ਉਹਨਾਂ ਲਈ ਤੁਹਾਨੂੰ ਪਤਾ ਜਵਾਪਾ ਵਾ, ਯੂਵੇ ਪੀਏ ਦੇ ਆ, ਤਾਂ ਉਹਨਾਂ ਨੂੰ ਜੇਲ੍ਹਾਂ 'ਚ ਰੱਖ ਦਿੱਤਾ ਜਾਂਦਾ, ਜਾਂ ਉਹਨਾਂ ਤੇ ਕੋਈ ਪੋਲੀਟੀਕਲ ਦਬਾਅ ਨਾਲ ਕੋਈ ਪਰਚੇ ਕਰਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਆ। ਜਿਹੜੇ ਕੁਝ ਖੇਡਣ ਵਾਲੇ ਜਾਂ ਕੋਈ ਸਿਆਸਤ ਕਰਨ ਵਾਲੇ ਆ, ਉਹਨਾਂ ਨੂੰ ਗੈਂਗਸਟਰ ਬਣਾ ਕੇ ਮਾਰ ਦਿੱਤਾ ਜਾਂਦਾ। ਤੇ ਜਿਹੜਾ ਪੰਜਾਬ ਦਾ ਗਾਂਹ ਵਾਲਾ ਭਵਿੱਖ ਆ, ਉਹ ਇਸ ਟਾਈਮ ਜੇ ਆਪਾਂ ਵੇਖੀਏ ਕੋਈ ਬਹੁਤਾ ਸੋਹਣਾ ਨਹੀਂ ਹੈਗਾ। ਤੇ ਸਾਡੇ ਜਿਹੜੇ ਮੇਨ ਮੁੱਦੇ ਆ ਕਿ ਨਸ਼ੇ ਦਾ ਸਾਡਾ ਮੇਨ ਆ। ਨਸ਼ਾ ਸਾਡੇ ਪਿੰਡ ਦੇ ਵਿੱਚ ਇੰਨਾ ਕੁ ਜ਼ਿਆਦਾ ਹੋ ਚੁੱਕਾ ਵਾ ਕਿ ਤੁਸੀਂ ਇਹਨਾਂ ਨੂੰ ਵਿਖਾਓ ਸਾਰੇ, ਤੁਹਾਨੂੰ ਇੱਥੇ ਸ਼ਕਲਾਂ ਤੋਂ ਪਤਾ ਲੱਗ ਜੂਗਾ ਕਿ ਨਸ਼ੇ ਦੇ ਇਹਨਾਂ ਦੇ ਇਹ ਲੱਗਦੇ ਮਾਝੇ ਦੇ ਪੁੱਤ ਹੋਣਗੇ। ਉਹ ਮਾਝਾ ਜਿਹੜਾ ਸਾਰੇ ਦੇਸ਼ ਦੀ ਆਰਮੀ ਨਾਲ ਲੜ ਗਿਆ, ਗਿਣਤੀ ਦੇ ਸਿੰਘ ਹੀ ਸਾਡੇ, ਜਿਨ੍ਹਾਂ ਹਿੰਦੁਸਤਾਨ ਦੀ ਆਰਮੀ ਨੂੰ ਚੈਲੰਜ ਕਰ ਲਿਆ। ਇਹ ਮਾਝੇ ਦੇ ਵਿੱਚੋਂ ਹੁਣ ਲੱਗਦਾ ਤੁਹਾਨੂੰ ਕੋਈ ਚੈਲੰਜ ਕਰਨ ਲੱਗਾ, ਜਾਂ ਇਹਨਾਂ 'ਚੋਂ ਲੱਗਦਾ ਕੋਈ ਸ਼ਾਮ ਸਿੰਘ ਟਾਰੀ ਬਣੂਗਾ, ਕੋਈ ਖੈਬਰ ਦਰਿਆ ਬੰਦ ਕਰਨ ਵਾਲਾ ਹੈਗਾ, ਲੱਗਦਾ ਤੁਹਾਨੂੰ ਕੋਈ ਕਰੂਗਾ। ਇਹ ਇੱਕ ਬੜੀਆਂ ਵਧੀਆ ਤਰੀਕੇ ਦੇ ਨਾਲ ਵੀ ਸਰਕਾਰਾਂ ਨੂੰ ਨਾ
ਵੇਖੋ ਸਾਡੀ ਨੌਜਵਾਨੀ ਨੂੰ ਖਤਮ ਕਰਨ ਲਈ ਨਾ ਸਰਕਾਰ ਨੂੰ 20 ਸਾਲ ਲੱਗ ਗਏ ਨੌਜਵਾਨੀ ਜਿੰਨੀਆਂ ਵੀ ਪਾਰਟੀਆਂ ਹੁਣ ਬਹੁਤ ਵੱਡੇ ਵੱਡੇ ਐਲਾਨ, ਆ ਫ੍ਰੀ ਆਹ ਫ੍ਰੀ, ਬੀਬੀਆਂ ਦੇ ਲਈ ਫ੍ਰੀ, ਮੁੰਡਿਆਂ ਦੇ ਲਈ ਆ ਜੌਬਾਂ, ਇੱਕ ਪੱਕਾ ਜਿਹਾ ਬਹਾਨਾ, ਇੱਕ ਤਾਂ ਨਸ਼ੇ ਬੰਦ ਕਰ ਦੇਵਾਂਗੇ, ਦੂਜਾ ਉਹ ਕਹਿੰਦੇ ਬਿਜਲੀ ਸਰਪਲਸ ਹੋਊਗੀ, ਤੀਜਾ ਉਹ ਕਹਿੰਦੇ ਆ ਵੀ ਜਿਹੜਾ ਪੜ੍ਹਾਈ ਦਾ ਮਿਆਰ ਹੋ ਜਾਊਗਾ, ਵਿਕਾਸ, ਇਹ ਸਾਰੀਆਂ ਚੀਜ਼ਾਂ ਉਹੀ ਬਹਾਨੇ, ਕੋਈ ਨਾ ਕੋਈ ਜਿੱਤ ਦਰਜ ਕਰ ਜਾਂਦਾ ਤੇ ਤੁਹਾਡੇ ਹਾਲਾਤ ਉਹੀ ਦੇ ਉਹੀ ਕਿਉਂ ਲੱਗਦਾ? ਕੀ ਲੱਗਦਾ ਕਿ ਪਾਰਟੀਆਂ ਦੇ ਮੂਹਰੇ ਸਾਹਮਣੇ ਚੈਲੰਜ ਹੈ ਜਾਂ ਫਿਰ ਕੋਈ ਨਾ ਕੋਈ ਪਾਰਟੀ ਆਰਾਮ ਨਾਲ ਸੱਤਾ ਚ? ਵੇਖੋ ਜੀ, ਜਿਹੜੇ ਆਰਥਿਕ ਲੋਕਾਂ ਨੂੰ ਲਭਾਇਆ ਜਾਂਦੇ ਨਾ, ਮੁਫਤਖੋਰੀ ਵਾਲ ਤੋੜਿਆ ਜਾਂਦੇ ਆ ਵੀ ਇੱਕ ਬੰਦਾ ਆਉਂਦਾ ਉਹ ਪਹਿਲਾਂ ਦਾ 200 ਯੂਨਿਟ ਮਾਫ ਹੋਊਗੀ, ਦੂਜਾ 300 ਤੋਂ 400, ਇੱਕ ਆਂਦਾ ਮੈਂ ਤੁਹਾਨੂੰ ਮਹੀਨੇ ਦਾ 1000 ਰੁਪਇਆ ਦਊਂਗਾ, ਦੂਜਾ ਆਂਦਾ ਮੈਂ 2000 ਰੁਪਇਆ ਦਊਂਗਾ। ਪੰਜਾਬ ਦੇ ਮੁੱਦੇ ਆਰਥਿਕਤਾ ਨਾਲ ਨਹੀਂ ਜੁੜੇ ਤੇ ਇਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਕਲੀਅਰ ਨਹੀਂ ਕਰ ਸਕਦੀ, ਕਿਉਂਕਿ ਪੰਜਾਬ ਦੀ ਜਿਹੜੀ ਨੈਚੁਰਲ ਰਿਸੋਰਸਿਸ ਦੀ ਲੁੱਟ ਹੁੰਦੀ ਆ। ਅੱਜ ਸਾਡਾ ਸਭ ਤੋਂ ਮੇਨ ਜਿਹੜਾ ਮੁੱਦਾ ਵਾ ਉਹ ਪਾਣੀ ਦਾ ਵਾ, ਕਿਉਂਕਿ ਜੇ ਸਾਡੇ ਅਸੀਂ ਪਾਣੀ ਦਾ ਮੁੱਲ ਵਟਾਂਗੇ ਤਾਂ ਪੰਜਾਬ ਦਾ ਕਰਜ਼ਾ ਲੱਥਦਾ। ਕਿਸੇ ਵੀ ਪਾਰਟੀ, ਕੇਜਰੀਵਾਲ ਹੋਵੇ, ਪ੍ਰਕਾਸ਼ ਸਿੰਘ ਬਾਦਲ ਹੋਵੇ, ਸੁਖਬੀਰ ਬਾਦਲ ਹੋਵੇ, ਸਿੱਧੂ ਹੋਵੇ, ਭਾਵੇਂ ਉਹ ਕਹਿੰਦਾ ਕਿ ਮੇਰੇ ਤੋਂ ਪੰਜਾਬ ਮਾਡਲ ਹੈਗਾ, ਬਟ ਉਹਨਾਂ ਕਿਸੇ ਦੇ ਕੋਲ ਉਹ ਮਾਡਲ ਨਹੀਂ ਹੈਗਾ ਜਿਹਦੇ ਨਾਲ ਪੰਜਾਬ ਵੱਜਦਾ ਵਾ ਜਾਂ ਪੰਜਾਬ ਦਾ ਕਰਜ਼ਾ ਲੱਥਦਾ ਵਾ। ਕਿਉਂਕਿ ਨਾ ਤਾਂ ਗੱਲ ਹੋਈ ਪੰਜਾਬ ਦੇ ਪਾਣੀਆਂ ਦੀ, ਜਿਹੜਾ ਸਭ ਤੋਂ ਮੇਨ ਮੁੱਦਾ ਵਾ, ਨਾ ਗੱਲ ਹੋਈ ਅੱਜ ਤੱਕ ਮਾਈਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਹਜ਼ਾਰਾਂ ਲੱਖਾਂ ਨੌਜਵਾਨ ਹਰ ਸਾਲ ਇੱਥੋਂ ਪ੍ਰਵਾਸ ਕਰਨ ਡਿਆ ਪੱਕੇ ਤੌਰ ਤੇ। ਅੱਗੇ ਸਾਡੇ ਨੌਜਵਾਨ ਜਦੋਂ ਪ੍ਰਵਾਸ ਕਰਦੇ ਹੁੰਦੇ ਸੀ ਨਾ, ਉਹ ਕਰਦੇ ਹੁੰਦੇ ਸੀ ਕਮਾਈ ਕਰਨ ਜਾਂਦੇ ਸੀ, ਕਮਾਈ ਪੰਜਾਬ ਦੇ ਵਿੱਚ ਆਉਂਦੀ ਸੀ। ਅੱਜ ਜਿਹੜਾ ਪ੍ਰਵਾਸ ਹੋਣ ਡਿਆ ਉਹ ਪੱਕੇ ਤੌਰ ਤੇ ਹੋਣ ਡਿਆ। ਕੋਈ ਵੀ ਭੈਣ ਜੀ, ਤੁਸੀਂ ਰੋਜ਼ ਮੀਡੀਆ ਦੇ ਵਿੱਚ ਰਹਿੰਦੇ ਜੋ, ਕਿਸੇ ਵੀ ਲੀਡਰ ਦੀ ਇੱਕ ਵਧੀਆ ਦੀ ਕਿਸੇ ਦੀ ਸਟੇਟਮੈਂਟ ਹੈਗੀ ਆ ਪ੍ਰਵਾਸ ਦੇ ਉੱਤੇ ਵੀ ਅਸੀਂ ਇਹਨੂੰ ਪ੍ਰਵਾਸ ਨੂੰ ਰੋਕਾਂਗੇ। ਨਸ਼ੇ ਦੇ ਉੱਤੇ ਕੋਈ ਹੈਗੀ ਆ? ਕੋਈ ਇਹਨਾਂ ਤੋਂ ਕੋਈ ਵਧੀਆ ਕੋਈ ਪਲਾਨ ਨਹੀਂ ਹੈਗਾ ਵੀ ਜਿੱਦੋਂ ਨਸ਼ੇ ਤੋਂ ਢਾਇਆ ਜਾ ਸਕਦਾ ਨੌਜਵਾਨਾਂ ਨੂੰ, ਕਿਉਂਕਿ ਨਸ਼ੇ ਦੀ ਜਿਹੜੀ ਸਪਲਾਈ ਆ ਨਾ, ਇਹ ਸਪਲਾਈ ਇਹਨਾਂ ਦੇ ਰਾਹੀਂ ਦਿੱਤੀ ਜਾਂਦੀ ਆ। ਇਹ ਕਿਤੇ ਜਿਹੜੀਆਂ ਪਾਰਟੀਆਂ, ਇੱਕ ਪਿੰਡ ਦਾ ਕੋਈ ਸਰਪੰਚ ਆ, ਇੱਕ ਕਨਸਟੀਚੁਐਂਸੀ ਦਾ ਕੋਈ ਐਮਐਲਏ ਆ, ਇਹ ਹੋ ਸਕਦਾ ਵਾ ਜੇ ਉਹਨੂੰ ਇੰਨਾ ਪਤਾ ਵਾ ਵੀ ਮੈਂ ਕਿੱਥੇ ਕਿਹੜੇ ਘਰ 'ਚ ਜਾ ਕੇ ਵੋਟ ਮੰਗ ਰਹੀ ਆ, ਤੁਹਾਨੂੰ ਇਹ ਵੀ ਪਤਾ ਹੁੰਦਾ ਵਾ ਵੀ ਕਿਹੜੇ ਪਿੰਡ 'ਚ ਨਸ਼ਾ ਵੇਚਣ ਡਿਆ ਵਾ ਤਾਂ ਮੈਂ ਉਹਦੇ ਘਰ ਜਾ ਕੇ ਬਹਿਣ ਡਿਆ ਕਿ ਨਹੀਂ ਬਹਿਣ ਡਿਆ। ਸੋ ਇਹ ਹਕੀਕਤ ਕਹਿ ਸਕਦੇ ਆ, ਤਰਾਸਦੀ ਕਹਿ ਸਕਦੇ ਆ ਕਿ ਇੰਨਾ ਮਹਾਨ ਪਿੰਡ ਹੈ ਔਰ ਇਹਦੇ ਹਾਲਾਤ ਕੁਝ ਨਿਸ਼ਾਨ ਥੋੜੀ ਜੀ ਨਜ਼ਰ ਮਰਵਾਈ ਦੋ। ਹਾਲਾਤ ਕੁਝ ਇਦਾਂ ਦੇ ਆ ਔਰ ਸਿਰਫ ਇੱਥੇ ਨਹੀਂ, ਜਿੱਥੇ ਮੈਂ ਖੜੀ ਹੋਈ ਆ, ਪਿੰਡ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਜਾਓ, ਚਾਹੇ ਉਹ ਕੋਈ ਸਰਕਾਰੀ ਅਦਾਰਾ ਹੈ, ਚਾਹੇ ਉਹ ਕੋਈ ਸਰਕਾਰੀ ਸੁਵਿਧਾ ਦੇਣ ਦੇ ਲਈ ਲੋਕਾਂ ਦੇ ਲਈ ਬਣਾਇਆ ਹੋਇਆ, ਸਾਰੇ ਕਾਸੇ ਦਾ ਆਹੀ ਹਾਲ ਹੈ। ਔਰ ਇਸ ਪਿੰਡ ਦੇ ਵਿੱਚ ਕੁਝ ਨੌਜਵਾਨ ਪੋਜ਼ਿਟਿਵ ਚੀਜ਼ਾਂ ਵੀ ਹੈਗੀਆਂ। ਮੈਨੂੰ ਥੋੜੀ ਦੇਰ ਪਹਿਲਾਂ ਵੀਰ ਜੀ ਦੱਸ ਰਹੇ ਸੀਗੇ ਕਿ ਇੱਥੇ ਇੱਕ ਬਾਈ ਜੀ ਆ, ਉਹਨਾਂ ਦੇ ਨਾਲ ਦੇ ਸਾਰੇ ਜੋ ਉਹਨਾਂ ਦੇ ਜਮਾਤੀ, ਜੋ ਉਹਨਾਂ ਦੇ ਹਮ ਉਮਰ ਸੀ, ਉਹ ਨਸ਼ੇ ਦੀ ਦਲਦਲ 'ਚ ਫਸ ਕੇ ਇਸ ਦੁਨੀਆ ਤੋਂ ਚਲੇ ਗਏ ਔਰ ਉਹਨਾਂ ਨੇ ਬਹੁਤ ਸੋਹਣੀ ਵਾਪਸੀ ਕੀਤੀ ਔਰ ਜ਼ਿੰਦਗੀ ਨੂੰ ਲੀਹ ਤੇ ਲੈ ਕੇ ਆਏ ਤੇ ਗੁਰੂ ਘਰ ਦੇ ਨਾਲ ਹਮੇਸ਼ਾ ਲਈ ਜੁੜ ਗਏ। ਕੁਝ ਇਦਾਂ ਦੇ ਨੌਜਵਾਨ ਵੀ ਹੈਗੇ ਆ ਜਿਹੜੇ ਬਹੁਤ ਦੂਰ ਦੀ ਸੋਚ ਰੱਖਦੇ ਆ, ਸਮਝਦਾਰ ਆ, ਇਸ ਦਲਦਲ ਤੋਂ ਬਚੇ ਹੋਏ ਆ ਤੇ ਉਹਨਾਂ ਨੂੰ ਆਪਣੇ ਹਮ ਉਮਰ ਭਰਾਵਾਂ ਦਾ ਬਹੁਤ ਫਿਕਰ ਹੈ। ਔਰ ਕਿਤੇ ਨਾ ਕਿਤੇ ਸਰਕਾਰੀ ਨਿਜ਼ਾਮ ਦੇ ਔਰ ਸਰਕਾਰੀ ਤੰਤਰ ਸੱਤਾ ਦੇ ਵਿੱਚ ਮੌਕੇ ਤੇ ਜੋ ਵੀ ਸਰਕਾਰਾਂ ਕਾਬਜ ਰਹੀਆਂ, ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਇਹ ਨੌਜਵਾਨ ਬਿਨਾਂ ਕਿਸੇ ਡੁੱਕਰ ਦੇ ਕੈਮਰਿਆਂ ਦੇ ਸਾਹਮਣੇ ਆ ਕੇ ਬੋਲ ਰਹੇ ਆ ਤਾਂ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੁਝ ਨੁਕਸਾਨ ਪਹੁੰਚਾਇਆ ਜਾ ਸਕਦਾ, ਕਿ ਅਸੀਂ ਕੁਝ ਨੁਕਸਾਨ ਝੱਲਾਂਗੇ ਪਰ ਸਾਡੇ ਭੈਣ ਭਰਾ, ਸਾਡੇ ਵੀਰ ਬਚ ਜਾਣੇ ਚਾਹੀਦੇ ਆ, ਕਿਉਂਕਿ ਪੂਰੇ ਦਾ ਪੂਰਾ ਸੰਤਾਪ ਜਿਹੜਾ ਇੱਥੇ ਔਰਤਾਂ ਨੂੰ ਭੋਗਣਾ ਪੈਂਦਾ ਹੈ। ਔਰ ਕਿਤੇ ਨਾ ਕਿਤੇ ਜਿਹੜੇ ਮਰਦ ਆ, ਮਾਝੇ ਦੇ ਲੋਕ ਖਾਸ ਤੌਰ ਤੇ ਜਿਹੜੇ ਬਹਾਦਰੀ ਦੇ ਲਈ ਜਾਣੇ ਜਾਂਦੇ ਆ, ਉਹਨਾਂ ਦੇ ਉੱਤੇ ਇੱਕ ਕੁਐਸਚਨ ਮਾਰਕ ਜਿਹੜਾ ਖੜਾ ਹੋ ਰਿਹਾ, ਉਹ ਜਿਹੜਾ ਕੁਐਸਚਨ ਮਾਰਕ ਹੈ ਇਹਨਾਂ ਲੋਕਾਂ ਨੂੰ ਤਕਲੀਫ ਦੇ ਰਿਹਾ ਹੈ ਕਿ ਅਸੀਂ ਮਾਝੇ ਦੇ ਲੋਕ ਇਦਾਂ ਦੇ ਤਾਂ ਨਹੀਂ ਸੀ ਜਿੱਦਾਂ ਦੇ ਹੁਣ ਜਿਹੜੇ ਪੇਸ਼ ਕੀਤੇ ਜਾ ਰਹੇ ਆ। ਸੋ ਬਾਸਰ ਕੇ ਗਿੱਲਾਂ ਦੇ ਵਿੱਚ ਮੌਜੂਦ ਆ, ਮਾਣਮੱਤਾ ਇਤਿਹਾਸ ਉਸ ਗੁਰਦੁਆਰੇ ਦੇ ਜ਼ਰੀਏ ਅਸੀਂ ਦਰਸ਼ਨ ਕੀਤੇ ਆ ਕਿ ਕਿਆ ਕਮਾਲ ਦਾ ਇਤਿਹਾਸ ਸੀ, ਪਰ ਇਸ ਵੇਲੇ ਤਰਾਸਦੀ ਹਕੀਕਤ ਕੀ ਹੈ ਇਸ ਪਿੰਡ ਦੀ, ਉਹਦੇ ਰੂਬਰੂ ਵੀ ਕਰਵਾਇਆ। ਸੱਤ ਪੰਜਾਬ ਦੇ ਵਿੱਚ ਕਿਸੇ ਹੋਰ ਪਿੰਡ ਦੇ ਵਿੱਚ ਦੁਬਾਰਾ ਤੋਂ ਮੁਲਾਕਾਤ ਕਰਦੇ ਆ। ਬਾਸਰ ਕੇ ਗਿੱਲਾਂ ਦੇ ਵਿੱਚ ਇਹਨਾਂ ਦਿਓ ਇਜਾਜ਼ਤ, ਸ਼ੁਕਰੀਆ।